हाँ जी, सत श्री अकाल। मैं वीरपिंਦਰ फ्रॉम एरल इमीग्रेशन। ਤਾਂ ਸਾਡਾ ਅੱਜ ਦਾ ਜੋ ਟੌਪਿਕ ਹੈ ਉਹ ਲੇਟੈਸਟ ਅਪਡੇਟ ਹੈ ਰਿਗਾਰਡਿੰਗ ਫਿਨਲੈਂਡ ਸਟੱਡੀ ਵੀਜ਼ਾ। ਤਾਂ ਜਿਹੜੇ ਬੱਚਿਆਂ ਨੇ ਸੈਪਟੈਂਬਰ ਇਨਟੇਕ ਲਈ ਅਪਲਾਈ ਕੀਤਾ ਸੀ, ਠੀਕ ਹੈ, ਉਹਨਾਂ ਸਾਰਿਆਂ ਲਈ ਇੱਕ ਅਪਡੇਟ ਆਈ ਹੈ ਕਿ ਉਹਨਾਂ ਦੇ ਜੋ ਐਗਜ਼ਾਮ ਹੋਏ ਸੀ, ਜੋ ਉਹਨਾਂ ਨੇ UAS ਐਗਜ਼ਾਮ ਦਿੱਤਾ ਸੀ, ਜੁਆਇੰਟ ਐਪਲੀਕੇਸ਼ਨ ਦਾ ਜੋ ਐਗਜ਼ਾਮ ਆਇਆ ਹੈ ਉਹ ਉਹਨਾਂ ਦਾ ਹੋ ਚੁੱਕਿਆ ਸੀ, ਅਤੇ ਉਹਦਾ ਰਿਜ਼ਲਟ ਉਹਨਾਂ ਨੇ ਲਾਸਟ ਨਾਈਟ ਜੋ ਹੈ ਉਹ ਪੋਰਟਲ 'ਤੇ ਉਹਨਾਂ ਦੇ ਵੀ ਅਪਡੇਟ ਕਰ ਦਿੱਤਾ ਹੈ, ਉਹਨਾਂ ਨੇ ਮੇਲਸ ਵੀ 'ਤੇ ਵੀ ਸੈਂਡ ਕੀਤਾ ਹੋਇਆ ਹੈ, ਤਾਂ ਤੁਸੀਂ ਉਹ ਚੈੱਕ ਕਰ ਸਕਦੇ ਹੋ। ਤਾਂ ਅੱਜ ਜੋ ਮੇਰਾ ਮੇਨ ਮੋਟਿਵ ਹੈ ਵੀਡੀਓ ਬਣਾਉਣ ਦਾ ਉਹ ਇਸੇ ਰਿਗਾਰਡਿੰਗ ਹੈ ਕਿ ਅੱਗੇ ਸਾਡੀ ਕੀ ਸਟ੍ਰੈਟਜੀ ਹੋਏਗੀ, ਜਾਂ ਫਿਰ ਜਿੰਨਾ ਪਰਸਨਸ ਨੇ ਅਪਲਾਈ ਕਰਨਾ ਫਿਨਲੈਂਡ ਵਿੱਚ ਤਾਂ ਕਿਹੜੀ ਸਟ੍ਰੈਟਜੀ ਜਿਹੜੀ ਅਪਣਾ ਸਕਦੇ ਆ ਫॉर ਕ੍ਰੈਕਿੰਗ ਦਿਸ ਐਗਜ਼ਾਮ। ਠੀਕ ਹੈ, ਫਿਨਲੈਂਡ ਇੱਕ ਐਵੇਂ ਦੀ ਕੰਟਰੀ ਹੈ ਜਿਸ ਵਿੱਚ ਆਪਾਂ ਜਦੋਂ ਸਟੱਡੀ ਵੀਜ਼ਾ ਅਪਲਾਈ ਕਰਦੇ ਹਾਂ ਤਾਂ UAS ਦਾ ਇੱਕ ਐਗਜ਼ਾਮ ਹੁੰਦਾ ਜਿਹੜਾ ਹੁੰਦਾ ਯੂਨੀਵਰਸਿਟੀਜ਼ ਆਫ ਅਪਲਾਈਡ ਸਾਇੰਸਿਸ। ਮਤਲਬ ਜੋ ਯੂਨੀਵਰਸਿਟੀਜ਼ ਅਪਲਾਈਡ ਸਾਇੰਸਿਸ ਦੀਆਂ ਯੂਨੀਵਰਸਿਟੀਜ਼ ਹੈਗੀਆਂ ਜਿਨ੍ਹਾਂ ਵਿੱਚ ਬਿਜ਼ਨਸ ਐਡਮਿਨਿਸਟ੍ਰੇਸ਼ਨ ਕੋਰਸ ਹੁੰਦਾ ਹੈ, ਟੈਕਨੋਲੋਜੀ ਰਿਲੇਟਡ ਹੁੰਦੇ ਹੈ, ਹਿਊਮੈਨਿਟੀਜ਼ ਰਿਲੇਟਡ ਕੋਰਸਿਸ ਹੁੰਦੇ ਹੈ, ਠੀਕ ਹੈ, ਸੋਸ਼ਲ ਸਰਵਿਸਿਜ਼ ਰਿਲੇਟਡ ਕੋਰਸਿਸ ਹੁੰਦੇ ਹੈ, ਅਤੇ ਹੋਰ ਵੀ ਜਿਹੜੇ ਮੈਂ ਤੁਹਾਨੂੰ ਸਬਜੈਕਟ ਦੱਸਾਂਗੀ ਜਿਹੜੇ ਇਹਨਾਂ ਵਿੱਚ ਅੰਡਰ ਆਉਂਦੇ ਹੈ। ਠੀਕ ਹੈ, ਤਾਂ ਜਿਹੜੀਆਂ ਯੂਨੀਵਰਸਿਟੀਜ਼ ਅਪਲਾਈਡ ਸਾਇੰਸਿਸ ਦੇ ਅੰਡਰ ਆਉਂਦੀਆਂ, ਜਦੋਂ ਤੁਸੀਂ ਜੁਆਇੰਟ ਐਪਲੀਕੇਸ਼ਨ ਕਰਦੇ ਹੋ, ਜੁਆਇੰਟ ਐਪਲੀਕੇਸ਼ਨ ਦਾ ਮਤਲਬ ਕੀ ਹੁੰਦਾ ਹੈ, ਫਿਨਲੈਂਡ ਦੇ ਵਿੱਚ ਹੀ ਤੁਸੀਂ ਜੁਆਇੰਟ ਐਪਲੀਕੇਸ਼ਨ ਕਰ ਸਕਦੇ ਹੋ। ਉਹਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਟਾਈਮ 'ਤੇ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ ਵਿੱਚ ਅਪਲਾਈ ਕਰ ਸਕਦੇ ਹੋ। ਚਾਹੇ ਤੁਸੀਂ 6 ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰ ਲਓ, ਚਾਹੇ ਤੁਸੀਂ 2 ਯੂਨੀਵਰਸਿਟੀ ਲੈ ਲਓ, ਉਹਦੇ ਵਿੱਚ 3 ਕੋਰਸਿਸ ਅਪਲਾਈ ਕਰ ਲਓ। ਮੀਨਸ ਤੁਸੀਂ 6 ਅਲੱਗ-ਅਲੱਗ ਕੋਰਸਿਸ ਇੱਕ ਯੂਨੀਵਰਸਿਟੀ ਵਿੱਚ ਵੀ ਚੂਜ਼ ਕਰ ਸਕਦੇ ਹੋ, 6 ਅਲੱਗ-ਅਲੱਗ ਕੋਰਸਿਸ ਤੁਸੀਂ 6 ਯੂਨੀਵਰਸਿਟੀਜ਼ ਵਿੱਚ ਵੀ ਕਰ ਸਕਦੇ ਹੋ। ਉਸ ਦੇ ਨਾਲ ਤੁਸੀਂ ਆਪਣੇ ਜਿਹੜੇ ਕੋਰਸਿਸ ਹੈਗੇ ਉਹ ਵੀ ਡਿਫਰੈਂਟ ਲੈ ਸਕਦੇ ਹੋ, ਜਾਂ ਫਿਰ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ ਵਿੱਚ ਇੱਕ ਹੀ ਕੋਰਸ ਚੂਜ਼ ਕਰ ਸਕਦੇ ਹੋ। ਠੀਕ ਹੈ, ਤਾਂ ਕਿਵੇਂ ਤੁਹਾਨੂੰ ਨੈਕਸਟ ਟਾਈਮ ਜਿਹੜੀ ਹੈਗੀ ਆਪਦੀ ਸਿਲੈਕਸ਼ਨ ਕਰਨੀ ਚਾਹੀਦੀ ਆ, ਕਿਉਂਕਿ ਇਸ ਵਾਰ ਜੋ ਐਗਜ਼ਾਮ ਰਿਹਾ ਹੈ ਉਹਦਾ ਵੀ ਜੋ ਲੈਵਲ ਸੀ ਉਹ ਥੋੜ੍ਹਾ ਜਿਹਾ ਆਪਾਂ ਟਫ ਵੀ ਕਹਿ ਸਕਦੇ ਹਾਂ, ਈਜ਼ੀ ਵੀ ਕਹਿ ਸਕਦੇ ਹਾਂ। ਕੋਈ ਜ਼ਿਆਦਾ ਡਿਫਿਕਲਟ ਵੀ ਨਹੀਂ ਸੀਗਾ ਅਤੇ ਈਜ਼ੀ ਵੀ ਨਹੀਂ ਸੀਗਾ, ਕਿਉਂਕਿ ਉਹਦੇ ਵਿੱਚ ਅੰਡਰਸਟੈਂਡਿੰਗ ਦੀ ਬਹੁਤ ਜ਼ਰੂਰਤ ਸੀਗੀ। ਜਿਹੜੀ ਵੀ ਇਹਦੇ ਵਿੱਚ ਲੈਵਲ ਆਇਆ ਸੀਗਾ ਉਹ ਲੈਵਲ ਤੁਹਾਡਾ ਜਿਹੜਾ ਹੈਗਾ ਉਹ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਮੀਡੀਅਮ ਲੈਵਲ ਸੀਗਾ। ਠੀਕ ਹੈ, ਬਹੁਤ ਸਾਰੇ ਜਿਹੜੇ ਇਹਦੇ ਵਿੱਚ ਸਬਜੈਕਟ ਵੀ ਆਉਂਦੇ ਆ, ਜਿਵੇਂ ਕਿ ਤੁਸੀਂ ਸਬਜੈਕਟ ਲੈ ਕੇ ਚੱਲੋ, UAS ਦਾ ਐਗਜ਼ਾਮ ਹੁੰਦਾ ਇਕੱਠਾ ਜੁਆਇੰਟ ਐਪਲੀਕੇਸ਼ਨਸ ਲਈ, ਉਹਦੇ ਵਿੱਚ ਜੋ ਸਬਜੈਕਟ ਆਏ ਸੀ ਉਹ ਆਇਆ ਸੀ ਰੀਜ਼ਨਿੰਗ, ਠੀਕ ਹੈ, ਇੰਗਲਿਸ਼ ਸਕਿੱਲ, ਮੈਥੀਮੈਟੀਕਲ ਸਕਿੱਲ, ਐਡਵਾਂਸ ਮੈਥੀਮੈਟੀਕਲ ਸਕਿੱਲ, ਐਥੀਕਲ ਸਕਿੱਲ ਐਂਡ ਇਮੋਸ਼ਨਲ ਇੰਟੈਲੀਜੈਂਸ ਸਕਿੱਲ। ਇਹ ਜਿਹੜੇ ਸਬਜੈਕਟ ਸਾਰੇ ਜਿਹੜੇ ਹੈਗੇ ਤੁਹਾਡੇ ਐਗਜ਼ਾਮ ਵਿੱਚ ਆਏ ਸੀ, ਬਟ ਕੁਛ ਕੁ ਕੋਰਸਿਸ ਲਈ ਕੁਛ ਮੀਡੀਅਮ ਸਬਜੈਕਟ ਹੀ ਆਏ ਸੀ। ਜਿਵੇਂ ਕਿ ਤੁਸੀਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਲੈ ਕੇ ਚੱਲੋ, ਉਹਦੇ ਵਿੱਚ ਸਿਰਫ ਤੁਹਾਡੇ ਜਿਹੜੇ ਨੇਮ ਸੀਗੇ ਸਬਜੈਕਟ ਸੀ ਉਹ ਸੀਗੇ ਰੀਜ਼ਨਿੰਗ, ਮੈਥਸ, ਠੀਕ ਹੈ, ਸਿੰਪਲ ਮੈਥ ਆਇਆ ਸੀ, ਐਡਵਾਂਸ ਮੈਥ ਨਹੀਂ ਆਇਆ ਸੀ ਉਹਦੇ ਵਿੱਚ। ਉਸ ਤੋਂ ਬਾਅਦ ਤੁਹਾਡੇ ਜਿਹੜਾ ਨੈਕਸਟ ਉਹਨਾਂ ਨੇ ਲਿਆ ਸੀ ਉਹ ਇੰਗਲਿਸ਼ ਸਕਿੱਲ, ਮਤਲਬ ਰੀਜ਼ਨਿੰਗ, ਇੰਗਲਿਸ਼ ਸਕਿੱਲ ਅਤੇ ਮੈਥਮੈਟਿਕਸ, ਉਹ ਹਰ ਇੱਕ ਸਬਜੈਕਟ ਲਈ ਆਇਆ ਸੀ, ਚਾਹੇ ਉਹ ਬਿਜ਼ਨਸ ਹੈ, ਚਾਹੇ ਉਹ ਟੈਕਨੋਲੋਜੀ ਹੈ, ਚਾਹੇ ਉਹ ਹਿਊਮੈਨਿਟੀ ਹੈ, ਚਾਹੇ ਉਹ ਸੋਸ਼ਲ ਸਰਵਿਸ ਹੈ। ਉਸ ਤੋਂ ਬਾਅਦ ਜਿਨ੍ਹਾਂ ਨੇ ਸੋਸ਼ਲ ਸਰਵਿਸਿਜ਼ ਵਿੱਚ ਅਪਲਾਈ ਕੀਤਾ ਸੀ ਉਹਨਾਂ ਨੂੰ ਨਾਲ ਐਥੀਕਲ ਸਕਿੱਲਸ ਅਤੇ ਇਮੋਸ਼ਨਲ ਇੰਟੈਲੀਜੈਂਸ ਸਕਿੱਲ ਵੀ ਆਏ ਸੀ। ਜਿਹੜੇ ਬੱਚਿਆਂ ਨੇ ਟੂਰਿਜ਼ਮ ਐਂਡ ਹੌਸਪਿਟੈਲਿਟੀ 'ਚ ਕੀਤਾ ਸੀ ਉਹਨਾਂ ਨੂੰ ਸਿਰਫ ਤਿੰਨ ਸਬਜੈਕਟ ਹੀ ਆਏ ਸੀ, ਰੀਜ਼ਨਿੰਗ, ਇੰਗਲਿਸ਼ ਅਤੇ ਮੈਥਮੈਟਿਕਸ। ਜਿਨ੍ਹਾਂ ਬੱਚੇ ਨੇ ਟੈਕਨੋਲੋਜੀ 'ਚ ਕੀਤਾ ਸੀ ਉਹਦੇ 'ਚ ਇੱਕ ਐਡਵਾਂਸ ਉਹਨਾਂ ਨੇ ਸਬਜੈਕਟ ਰੱਖਿਆ ਹੋਇਆ ਸੀ, ਐਡਵਾਂਸ ਮੈਥੀਮੈਟੀਕਲ ਸਕਿੱਲ। ਤਾਂ ਜਿਹੜੀ ਇਹਨਾਂ ਦੀ ਕੱਟ ਆਫ ਵੀ ਗਈ ਹੈ ਉਹ ਵੀ ਡਿਫਰੈਂਟ ਗਈ ਹੈ। ਤਾਂ ਮੈਂ ਤੁਹਾਨੂੰ ਇਸ ਸਾਲ ਦੀ ਜੋ ਕੱਟ ਆਫ ਹੈ ਉਹ ਵੀ ਦੱਸ ਦਿੰਦੀ ਹਾਂ। ਤੁਸੀਂ ਜਿਹੜੇ ਬੱਚਿਆਂ ਨੇ ਆਪਣੇ ਰਿਜ਼ਲਟ ਨਹੀਂ ਦੇਖੇ ਉਹ ਰਿਜ਼ਲਟ ਵੀ ਦੇਖ ਸਕਦੇ ਹੋ ਇਸਦੇ। ਠੀਕ ਹੈ, ਹੁਣ ਤੁਸੀਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੂੰ ਲਾ ਕੇ ਚੱਲੋਗੇ ਤਾਂ ਇਹਦੇ ਜਿਹੜੇ ਟੋਟਲ ਸਕੋਰ ਸੀਗੇ ਉਹ ਸੀਗੇ 60 ਦੇ ਵਿੱਚ ਜਿਹੜੀ ਕੱਟ ਆਫ ਗਈ ਹੈ ਇਹਦੀ ਗਈ ਹੈ 34.20 ਕੱਟ ਆਫ ਗਈ ਹੈ। ਮਤਲਬ ਮਿਨੀਮਮ ਸਕੋਰ ਜਿਹੜਾ ਇਹਨਾਂ ਨੇ ਚੱਕਿਆ ਉਹ ਹੈਗਾ 34.20। ਤੁਸੀਂ ਆਪਣੇ ਸਕੋਰ ਕੈਲਕੂਲੇਟ ਕਰਕੇ ਦੇਖੋ, ਜਿਨ੍ਹਾਂ ਬੱਚਿਆਂ ਦੇ ਸਕੋਰ 34.20 ਤੋਂ ਅਬਵ ਨੇ ਉਹਨਾਂ ਬੱਚਿਆਂ ਨੂੰ ਇੱਕ ਮੇਲ ਆਈ ਹੋਏਗੀ ਇੰਟਰਵਿਊ ਦੀ, ਜਿਹਦੇ ਵਿੱਚ ਤੁਸੀਂ ਆਪਣੀ ਇੰਟਰਵਿਊ ਡੇਟ ਜਿਹੜੀ ਹੈਗੀ ਉਹ ਬੁੱਕ ਕਰ ਸਕਦੇ ਹੋ, ਆਪਣੀ ਐਡਵਾਂਸ ਲੈਵਲ 'ਤੇ ਬੁੱਕ ਕਰ ਸਕਦੇ ਹੋ, ਹੁਣ ਬੁੱਕ ਕਰ ਸਕਦੇ ਹੋ, ਕਿਉਂਕਿ ਉਹ ਹੁਣ ਬੁੱਕ ਹੋਣ ਲੱਗ ਗਈ ਹੈਗੀਆਂ ਜਿਨ੍ਹਾਂ ਨੂੰ ਮੇਲ ਆ ਗਈ ਹੈ, ਜਿਨ੍ਹਾਂ ਦਾ ਕਲੀਅਰ ਹੋ ਗਿਆ। ਜਿਨ੍ਹਾਂ ਨੂੰ ਮੇਲ ਨਹੀਂ ਆਈ ਇਹਦਾ ਮਤਲਬ ਉਹਨਾਂ ਦੇ ਐਗਜ਼ਾਮ ਕਲੀਅਰ ਨਹੀਂ ਹੋਏ ਆ, ਅਤੇ ਉਹ ਆਪਦੇ ਮਾਰਕਸ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਕੱਲ੍ਹ ਮੇਲ ਆਈ ਸੀ ਉਹਦੇ ਵਿੱਚੋਂ ਚੈੱਕ ਕਰ ਸਕਦੇ ਆ। ਠੀਕ ਹੈ,
ਉਸ ਤੋਂ ਬਾਅਦ ਹੈਗਾ ਟੈਕਨੋਲੋਜੀ ਫੀਲਡ। ਟੈਕਨੋਲੋਜੀ ਫੀਲਡ ਵਿੱਚ ਜਿਹੜਾ ਉਹਨਾਂ ਨੂੰ ਆਇਆ ਸੀ ਉਹ ਆਇਆ ਸੀ 80 ਮਾਰਕਸ ਦਾ ਟੋਟਲ 80 ਮਾਰਕਸ ਆਇਆ ਸੀ, ਜਿਹਦੇ ਵਿੱਚ ਉਹਨਾਂ ਨੂੰ ਰੀਜ਼ਨਿੰਗ, ਮੈਥਸ, ਐਡਵਾਂਸ ਮੈਥ ਤੇ ਇੰਗਲਿਸ਼, ਇਹਦੀ ਜਿਹੜੀ ਕੱਟ ਆਫ ਗਈ ਹੈ ਉਹ ਗਈ ਹੈ 41.30। ਉਸ ਤੋਂ ਬਾਅਦ ਆਇਆ ਸੀ ਨੈਕਸਟ ਸੋਸ਼ਲ ਸਰਵਿਸਿਜ਼। ਸੋਸ਼ਲ ਸਰਵਿਸਿਜ਼ ਵਿੱਚ ਸਭ ਤੋਂ ਜ਼ਿਆਦਾ ਕੱਟ ਆਫ ਗਈ ਹੈ। ਜਿਹੜੇ ਬੱਚਿਆਂ ਨੇ ਸੋਸ਼ਲ ਸਰਵਿਸਿਜ਼ ਵਿੱਚ ਅਪਲਾਈ ਕੀਤਾ ਸੀ ਉਹਨਾਂ ਨੂੰ ਇਕੱਲਾ ਐਡਵਾਂਸ ਮੈਥਮੈਟਿਕਸ ਨਹੀਂ ਆਇਆ, ਬਾਕੀ ਸਾਰੇ ਸਬਜੈਕਟ ਆਏ ਸੀ, ਤੇ ਉਹਨਾਂ ਦੀ ਜਿਹੜੀ ਕੱਟ ਆਫ ਗਈ ਹੈ ਉਹ ਗਈ ਹੈ 61.80, ਕਿਉਂਕਿ ਜਿਹੜਾ ਉਹਦੇ ਵਿੱਚ ਐਥੀਕਲ ਸਕਿੱਲ ਤੇ ਇਮੋਸ਼ਨਲ ਇੰਟੈਲੀਜੈਂਸ ਸਕਿੱਲ ਸੀ ਨਾ, ਉਹਦੇ 'ਚੋਂ ਬੱਚਿਆਂ ਨੇ ਕਾਫੀ ਸਕੋਰ ਕੀਤਾ, ਕਿਉਂਕਿ ਉਹ ਈਜ਼ੀ ਲੈਵਲ ਹੁੰਦਾ ਉਹਦਾ। ਬਟ ਜਿਹੜਾ ਇੰਗਲਿਸ਼ ਦਾ ਸਬਜੈਕਟ ਆਇਆ ਸੀ ਤੇ ਇੱਕ ਰੀਜ਼ਨਿੰਗ ਆਇਆ ਸੀ, ਉਹ ਥੋੜਾ ਜਿਹਾ ਡਿਫਿਕਲਟ ਲੈਵਲ ਆਇਆ ਸੀ ਉਹਦਾ। ਉਸ ਤੋਂ ਬਾਅਦ ਨੈਕਸਟ ਜਿਹੜੇ ਬੱਚੇ ਨੇ ਟੂਰਿਜ਼ਮ ਐਂਡ ਹੌਸਪਿਟੈਲਿਟੀ ਦੇ ਵਿੱਚ ਅਪਲਾਈ ਕੀਤਾ ਸੀ, ਉਹਨਾਂ ਦੀ ਜਿਹੜੀ ਕੱਟ ਆਫ ਗਈ ਹੈ ਉਹ ਗਈ ਹੈ 37.70। ਸੋ ਇਹ ਜਿਹੜੀਆਂ ਸਾਡੀਆਂ ਕੱਟ ਆਫ ਸੀਗੀਆਂ, ਹਿਊਮੈਨਿਟੀਜ਼ ਲਈ 50 ਹੈ, ਤੇ ਨੈਚੁਰਲ ਸਾਇੰਸਿਸ ਵਿੱਚ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਨਾਂ ਲਈ ਸਭ ਤੋਂ ਘੱਟ ਹੈ 28.50। ਤਾਂ ਮੇਨ ਮੋਟਿਵ ਸਾਡਾ ਇਹੀ ਦੱਸਣਾ ਹੈ ਕਿ ਨੈਕਸਟ ਟਾਈਮ ਅਗਰ ਤੁਸੀਂ ਸਾਡੇ ਥਰੂ ਅਪਲਾਈ ਕਰ ਰਹੇ ਹੋ, ਤੁਸੀਂ ਖੁਦ ਅਪਲਾਈ ਕਰ ਰਹੇ ਹੋ ਜਾਂ ਕਿਸੇ ਹੋਰ ਏਜੰਟ ਤੋਂ ਅਪਲਾਈ ਕਰ ਰਹੇ ਹੋ, ਤਾਂ ਉਹਦੇ ਵਿੱਚ ਕੀ ਹੈਗਾ, ਨੈਕਸਟ ਇਨਟੇਕ ਜਿਹੜਾ ਆਏਗਾ ਉਹ ਫੈਬਰੀ ਇਨਟੇਕ ਆਏਗਾ, ਉਹਦੀ ਐਡਮਿਸ਼ਨ ਸਟਾਰਟ ਹੋਣਗੀਆਂ ਜੂਨ ਜੁਲਾਈ ਦੇ ਵਿੱਚ। ਪਰ ਤੁਹਾਨੂੰ ਤਿਆਰ ਹੋਣ ਦੇ ਲਈ ਪਹਿਲਾਂ ਹੀ ਹੋਣਾ ਪਏਗਾ, ਕਿਉਂਕਿ ਫਿਨਲੈਂਡ ਦੇ ਵਿੱਚ ਐਡਮਿਸ਼ਨ ਲੈਣੀ ਜਿੰਨੀ ਈਜ਼ੀ ਹੈ ਓਨੀ ਹੀ ਡਿਫਿਕਲਟ ਹੈ। ਤਾਂ ਸਟ੍ਰੈਟਜੀ ਬਣਾ ਕੇ ਚੱਲਣੀ ਪਏਗੀ। ਇਹ ਨਹੀਂ ਹੈ ਕਿ ਤੁਸੀਂ ਕਿਸੇ ਏਜੰਟ ਕੋਲੇ ਅਪਲਾਈ ਕਰੋ ਤਾਂ ਉਹ 6 ਯੂਨੀਵਰਸਿਟੀ ਵਿੱਚ ਇੱਕੋ ਕੋਰਸ ਵਿੱਚ ਅਪਲਾਈ ਕਰ ਦੇਵੇ, ਕਿਉਂਕਿ ਉਹਦੇ ਨਾਲ ਤੁਹਾਡਾ ਨੁਕਸਾਨ ਹੋਏਗਾ। ਹੁਣ ਇਸ ਵਾਰ ਸਾਡੇ ਨਾਲ ਅਸੀਂ ਇਹ ਚੀਜ਼ ਦੇਖਣ ਨੂੰ ਮਿਲੀ ਹੈ ਕਿ ਅਸੀਂ ਜੋ ਯੂਨੀਵਰਸਿਟੀ 'ਚ ਅਪਲਾਈ ਕੀਤਾ ਸੀ ਉਹ ਅਲੱਗ-ਅਲੱਗ ਕੋਰਸਿਸ ਵਿੱਚ ਅਪਲਾਈ ਕੀਤਾ ਸੀ। ਅਸੀਂ 2 ਯੂਨੀਵਰਸਿਟੀ 'ਚ ਅਪਲਾਈ ਕੀਤਾ ਬਿਜ਼ਨਸ ਐਡਮਿਨਿਸਟ੍ਰੇਸ਼ਨ 'ਚ, 2 ਯੂਨੀਵਰਸਿਟੀ 'ਚ ਅਪਲਾਈ ਕੀਤਾ ਟੈਕਨੋਲੋਜੀ ਰਿਲੇਟਡ ਫੀਲਡਸ 'ਚ, 2 ਯੂਨੀਵਰਸਿਟੀ 'ਚ ਅਪਲਾਈ ਕੀਤਾ ਸੀਗਾ ਜਿਹੜੀ ਸੋਸ਼ਲ ਸਰਵਿਸਿਜ਼ ਹੈ ਜਾਂ ਕੋਈ ਹੋਰ ਹੈ। ਉਹਦੇ ਵਿੱਚ ਬੈਨੀਫਿਟ ਬੱਚਿਆਂ ਦਾ ਇਹ ਹੋ ਗਿਆ ਕਿ ਐਗਜ਼ਾਮ ਉਹਨਾਂ ਨੂੰ ਹਰ ਇੱਕ ਲੈਵਲ ਦਾ ਆਇਆ ਸੀ, ਕਿਉਂਕਿ ਅਗਰ ਤੁਸੀਂ ਟੈਕਨੋਲੋਜੀ ਤੇ ਬਿਜ਼ਨਸ ਲੈ ਕੇ ਚੱਲੋਗੇ ਤਾਂ ਉਹਦੇ ਵਿੱਚ ਹਰ ਇੱਕ ਸਬਜੈਕਟ ਆ ਜਾਂਦੇ ਆ। ਸੋਸ਼ਲ ਸਰਵਿਸ ਲੈ ਕੇ ਚੱਲੋਗੇ ਹਰ ਇੱਕ ਸਬਜੈਕਟ ਕਵਰ ਹੋ ਗਿਆ, ਬਟ ਕੱਟ ਆਫ ਉਹਨਾਂ ਦੀ ਸਿਰਫ ਉਹਨਾਂ ਹੀ ਸਬਜੈਕਟਸ ਤੋਂ ਬਣੀ ਆ। ਤਾਂ ਉਹਦੇ ਵਿੱਚ ਕੀ ਹੋਇਆ ਕਿ ਕਈ ਬੱਚਿਆਂ ਨੇ ਟੈਕਨੋਲੋਜੀ ਵਾਲਿਆਂ 'ਚੋਂ ਕਲੀਅਰ ਕਰ ਲਏ, ਕਈ ਬੱਚਿਆਂ ਨੇ ਬਿਜ਼ਨਸ ਵਾਲਿਆਂ 'ਚੋਂ ਕਲੀਅਰ ਕਰ ਲਏ, ਕਈ ਬੱਚਿਆਂ ਨੇ ਸੋਸ਼ਲ ਸਰਵਿਸ ਵਾਲਿਆਂ 'ਚੋਂ ਕਲੀਅਰ ਕਰ ਲਏ। ਤਾਂ ਇਹ ਇੱਕ ਸਟ੍ਰੈਟਜੀ ਹੈ ਜਿਹੜੀ ਆਪਾਂ ਨੈਕਸਟ ਟਾਈਮ ਜਦੋਂ ਆਪਾਂ ਫਿਨਲੈਂਡ 'ਚ ਅਪਲਾਈ ਕਰ ਸਕਦੇ ਹਾਂ ਆਪਾਂ ਫੋਲੋ ਕਰ ਸਕਦੇ ਹਾਂ। ਉਹਦੇ ਨਾਲ ਆਪਾਂ ਨੂੰ ਬੈਨੀਫਿਟ ਹੋ ਜਾਂਦਾ ਹੈ ਕਿ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਟੈਕਨੋਲੋਜੀ ਦੇ ਸਾਰੇ ਸਬਜੈਕਟ ਪਾ ਦਿੰਦੇ ਹਾਂ, ਇੰਜੀਨੀਅਰਿੰਗ ਦੇ ਸਾਰੇ ਸਬਜੈਕਟ ਪਾ ਦਿੰਦੇ ਹਾਂ, ਉਹਦੇ ਵਿੱਚ ਆਪਣੇ ਕੋਲੇ ਆਪਸ਼ਨ ਨਹੀਂ ਬਚਦੀ, ਮਗਰ ਆਪਣਾ ਕੱਟ ਆਫ ਨਹੀਂ ਚੱਕਿਆ ਜਾਂਦਾ। ਆਪਣਾ ਫੋਰ ਐਗਜ਼ਾਮਪਲ ਤੁਹਾਡਾ ਇੱਕ ਵੀ ਸਬਜੈਕਟ 'ਚ ਸਕੋਰ ਘੱਟ ਗਿਆ, ਉਹਦੇ ਨਾਲ ਤੁਹਾਡਾ ਸਾਰੇ ਕੋਰਸਿਸ ਸਾਰੀਆਂ ਆਪਸ਼ਨਸ 6 ਦੀਆਂ 6 ਆਪਸ਼ਨ ਚਲੀਆਂ ਜਾਣਗੀਆਂ। ਬਟ ਅਗਰ ਤੁਹਾਡੇ ਕੋਲੇ ਫੋਰ ਐਗਜ਼ਾਮਪਲ ਸੋਸ਼ਲ ਸਰਵਿਸ ਜਿਵੇਂ ਐਥੀਕਲ ਸਕਿੱਲ ਆਏ ਸੀ, ਇਮੋਸ਼ਨਲ ਸਕਿੱਲ ਆਏ ਸੀ, ਉਹਦੇ ਵਿੱਚ ਅਗਰ ਤੁਸੀਂ ਉਹ ਇਨਕਲੂਡ ਕਰ ਲੈਂਦੇ ਤਾਂ ਤੁਹਾਡੀ ਹੋ ਸਕਦਾ ਸੀ ਉਹਦੇ ਵਿੱਚ ਸਿਲੈਕਟ ਹੋ ਜਾਂਦੀ। ਨੈਕਸਟ ਟੈਕਨੋਲੋਜੀ 'ਚ ਅਗਰ ਤੁਹਾਡਾ ਐਡਵਾਂਸ ਮੈਥਮੈਟਿਕ ਅੱਛਾ ਹੈ ਤਾਂ ਉਹਦੇ 'ਚੋਂ ਸਿਲੈਕਸ਼ਨ ਹੋ ਜਾਂਦੀ। ਮਤਲਬ ਇਹਦੇ ਨਾਲ ਬੈਨੀਫਿਟ ਹੈ ਨੈਕਸਟ ਟਾਈਮ ਅਗਰ ਤੁਸੀਂ ਖੁਦ ਅਪਲਾਈ ਕਰ ਰਹੇ ਹੋ ਜਾਂ ਸਾਡੇ ਤੋਂ ਵੀ ਅਪਲਾਈ ਕਰਵਾ ਰਹੇ ਹੋ ਤਾਂ ਅਸੀਂ ਇਹ ਸਟ੍ਰੈਟਜੀ ਲੈ ਕੇ ਚੱਲਦੇ ਹਾਂ, ਠੀਕ ਹੈ। ਉਹਦੇ ਨਾਲ ਕਾਫੀ ਬੱਚਿਆਂ ਦਾ ਬੈਨੀਫਿਟ ਹੋ ਗਿਆ, ਠੀਕ ਹੈ। ਉਹਨਾਂ ਦੇ ਐਗਜ਼ਾਮ ਜਿਹੜੇ ਹੈਗੇ ਆ ਉਹ ਕਲੀਅਰ ਹੋ ਗਏ ਹੈ। ਉਸ ਤੋਂ ਬਾਅਦ ਜਿਹੜੀ ਹੁਣ ਨੈਕਸਟ ਹੈਗੀ ਹੈ ਉਹ ਇੰਟਰਵਿਊ ਆਏਗੀ ਇਹਨਾਂ ਦੀ। ਇਹਦੇ ਵਿੱਚ ਜਿਹੜੀਆਂ ਯੂਨੀਵਰਸਿਟੀਜ਼ ਆ ਤੁਸੀਂ ਅਪਲਾਈਡ ਸਾਇੰਸਿਸ ਦੀਆਂ ਲਾ ਕੇ ਚੱਲੋ, ਜੈਮਕ ਹੋ ਗਈ, ਠੀਕ ਹੈ, ਲੈਬ ਯੂਨੀਵਰਸਿਟੀ ਹੋ ਗਈ, ਵਾਸਾ ਯੂਨੀਵਰਸਿਟੀ ਹੋ ਗਈ ਆਫ ਅਪਲਾਈਡ ਸਾਇੰਸਿਸ, ਸੈਮਕ ਯੂਨੀਵਰਸਿਟੀ, ਹੇਮ ਯੂਨੀਵਰਸਿਟੀ ਆਫ ਅਪਲਾਈਡ ਸਾਇੰਸਿਸ, ਹਾਗਾ ਹੀਲੀਆ ਚਾਹੇ ਉਹ ਪ੍ਰਾਈਵੇਟ ਹੈ ਫਿਰ ਵੀ ਉਹ ਅਪਲਾਈਡ ਸਾਇੰਸਿਸ ਦੇ ਅੰਡਰ ਆਉਂਦੀ ਹੈ। ਫਿਨਲੈਂਡ ਦੇ ਵਿੱਚ UAS ਇੰਟਰਨੈਸ਼ਨਲ ਐਗਜ਼ਾਮ ਬਹੁਤ ਜ਼ਿਆਦਾ ਇੰਪੋਰਟੈਂਟ ਐਗਜ਼ਾਮ ਹੁੰਦਾ, ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਜ਼ ਅਪਲਾਈਡ ਸਾਇੰਸਿਸ ਦੀਆਂ ਯੂਨੀਵਰਸਿਟੀਜ਼ ਹੈ, ਤੇ ਇਹ ਐਗਜ਼ਾਮ ਕਰੈਕ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਤੇ ਮੇਨਲੀ ਅਸੀਂ ਹੈਲਪ ਕਰਦੇ ਹਾਂ ਸਟੂਡੈਂਟਸ ਦੀ, ਜਿਹੜੇ ਬੱਚੇ ਸਾਡੇ ਥਰੂ ਅਪਲਾਈ ਕਰਦੇ ਨੇ ਉਹਨਾਂ ਦੀ ਹੈਲਪ ਕਰਦੇ ਹਾਂ ਇਹ ਐਗਜ਼ਾਮ ਦੇ ਵਿੱਚ ਕਿ ਕਿਵੇਂ ਉਹ ਐਗਜ਼ਾਮ ਨੂੰ ਕਰੈਕ ਕਰ ਸਕਦੇ ਹਾਂ। ਅਸੀਂ ਉਹਨਾਂ ਨੂੰ ਮੈਥਡ ਦੱਸਦੇ ਹਾਂ, ਉਹਨਾਂ ਨੂੰ ਵੇ ਦੱਸਦੇ ਹਾਂ ਕਿ ਕਿਵੇਂ ਉਹ ਜਿਹੜੇ ਹੈਗੇ ਆ ਇਸ ਨੂੰ ਪ੍ਰਿਪੇਅਰ ਕਰਨ। ਉਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਹੁੰਦਾ ਜਦੋਂ ਤੁਹਾਡੀ ਐਪਲੀਕੇਸ਼ਨ ਅਪਲਾਈ ਕਰਦੇ ਅਸੀਂ ਉਦੋਂ ਹੀ ਤੁਹਾਡੀ ਜਿਹੜੀ ਗਰੁੱਪ ਡਿਸਕਸ਼ਨ ਦੀ ਪ੍ਰੈਕਟਿਸ ਸਟਾਰਟ ਹੋ ਜਾਂਦੀ ਹੈ, ਠੀਕ ਹੈ। ਤਾਂ ਮੈਂ ਉਹਨਾਂ ਬੱਚਿਆਂ ਲਈ ਵੀ ਸੁਜੈਸਟ ਕਰਾਂਗੀ ਜਿਨ੍ਹਾਂ ਨੇ ਖੁਦ ਅਪਲਾਈ ਕੀਤਾ ਹੋਇਆ ਕਿ ਤੁਸੀਂ ਆਪਣੀ ਜੋ ਪ੍ਰੈਪਰੇਸ਼ਨ ਹੈ ਹੁਣ ਸਟਾਰਟ ਕਰ ਦਿਓ, ਕਿਉਂਕਿ ਉਹਨਾਂ ਨੇ ਜਿੰਨੀਆਂ ਵੀ ਸੀਟਸ ਨੇ, ਠੀਕ ਹੈ, ਉਹਦੇ ਤੋਂ 3 ਟਾਈਮਸ ਮੋਰ ਬੱਚੇ ਜਿਹੜੇ ਹੈਗੇ ਆ ਉਹਦੇ ਵਿੱਚ ਇਨਵਾਈਟ ਕਰਨੇ ਆ। ਤੇ ਇਹ ਕੋਈ ਈਜ਼ੀ ਨਹੀਂ ਹੈ, ਈਜ਼ੀ ਟਾਸਕ ਨਹੀਂ ਹੈ ਕਿ ਤੁਸੀਂ ਕਿਵੇਂ ਉਸ ਨੂੰ ਕਰੈਕ ਕਰੋਗੇ। ਜੋ ਵੀ ਤੁਹਾਡੀ ਇਨਵੀਟੇਸ਼ਨ ਆਈ ਹੈ ਉਹਨਾਂ ਵੱਲੋਂ ਤੁਹਾਡੇ ਐਗਜ਼ਾਮ ਕਲੀਅਰ ਹੋਣ ਲਈ, ਤਾਂ ਉਹ ਐਗਜ਼ਾਮ ਕਲੀਅਰ ਹੋਣ ਵੇਲੇ ਉਹਨਾਂ ਨੇ ਇੰਸਟਰਕਸ਼ਨ ਵੀ ਦਿੱਤੀਆਂ ਕਿ ਇੰਟਰਵਿਊ ਵਿੱਚ ਅਸੀਂ ਕੀ ਪੁੱਛਾਂਗੇ,
ਕਿਵੇਂ ਦਾ ਤੁਹਾਡਾ ਜਿਹੜਾ ਹੈਗਾ ਉਹਦੇ ਵਿੱਚ ਮਤਲਬ ਹੋਣਾ ਚਾਹੀਦਾ, ਵੇ ਆਫ ਟਾਕਿੰਗ ਕਿਵੇਂ ਹੋਣਾ ਚਾਹੀਦਾ ਤੁਹਾਡਾ, ਕਿਵੇਂ ਤੁਸੀਂ ਦੂਸਰਿਆਂ ਬੱਚਿਆਂ ਨਾਲ ਇੰਟਰੈਕਟ ਕਰਨਾ ਹੈ, ਕਿਵੇਂ ਤੁਸੀਂ ਆਪਣੀ ਜਿਹੜੀ ਹੈਗੀ ਇੰਟਰਵਿਊ ਕਰ ਸਕਦੇ ਹੋ। ਉਹਦੀ ਪ੍ਰੈਕਟਿਸ ਟੈਸਟ ਵੀ ਉਹਨਾਂ ਨੇ ਵਿੱਚ ਦਿੱਤਾ ਹੈਗਾ, ਤੁਸੀਂ ਉਹ ਪ੍ਰੈਕਟਿਸ ਵੀ ਲੈ ਸਕਦੇ ਹੋ ਕਿ ਕਿਵੇਂ ਅਸੀਂ ਉਸ ਚੀਜ਼ ਦੀ ਮਤਲਬ ਉੱਥੇ ਜਾ ਕੇ ਖੋਲਾਂਗੇ ਕਿ ਇੰਟਰਨੈਟ ਕਨੈਕਸ਼ਨ ਕੀ ਸਾਡਾ ਸਹੀ ਰਹੇਗਾ। ਤਾਂ ਉਹ ਇੱਕ ਮਤਲਬ ਉਹਨਾਂ ਨੇ ਇੱਕ ਡਮੀ ਦੇ ਰੱਖੀ, ਉਹਨਾਂ ਨੇ ਇੱਕ ਟੈਸਟਰ ਦੇ ਰੱਖਿਆ ਕਿ ਤੁਸੀਂ ਕਿਵੇਂ ਜਿਹੜੀ ਹੈਗੀ ਆਪਣੀ ਇੰਟਰਵਿਊ ਅਟੈਂਡ ਕਰੋਗੇ, ਆਪਣਾ ਨੈਟਵਰਕ ਕਿਵੇਂ ਤੁਸੀਂ ਸਹੀ ਰੱਖਣਾ ਹੈ। ਅਗਰ ਤੁਹਾਡਾ ਨੈਟਵਰਕ ਬਾਈ ਚਾਂਸ ਉਸ ਦਿਨ ਨਹੀਂ ਸਹੀ ਹੋਇਆ ਤਾਂ ਉਸ ਦਿਨ ਕੀ ਹੈ, ਉਹ ਤੁਹਾਨੂੰ ਉਸ ਵਿੱਚੋਂ ਲੀਵ ਕਰ ਦੇਣਗੇ, ਤੁਹਾਨੂੰ ਉਹ ਇੰਟਰਵਿਊ ਵਿੱਚ ਬੈਠਣ ਦੀ ਪਰਮਿਸ਼ਨ ਨਹੀਂ ਦੇਣਗੇ। ਠੀਕ ਹੈ, ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ। ਨੈਕਸਟ ਟਾਈਮ ਅਗਰ ਤੁਸੀਂ ਸਾਡੇ ਤੋਂ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਹੋਰ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਦੈਨ ਸਾਡੇ ਨਾਲ ਸੰਪਰਕ ਕਰੋ। ਠੀਕ ਹੈ, ਸਾਡੇ ਕੰਟੈਕਟ ਨੰਬਰ ਦਿੱਤੇ ਜਾ ਚੁੱਕੇ ਨੇ। ਅਗਰ ਤੁਹਾਨੂੰ ਕਿਸੇ ਵੀ ਫਿਨਲੈਂਡ ਰਿਲੇਟਡ ਕੁਐਰੀ ਹੈ, ਅਸੀਂ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਹੋਈਆਂ ਨੇ ਫਿਨਲੈਂਡ ਤੇ ਤੁਸੀਂ ਸਾਨੂੰ ਪੁੱਛ ਸਕਦੇ ਹੋ, ਕਿਸੇ ਵੀ ਟਾਈਮ ਪੁੱਛ ਸਕਦੇ ਹੋ। ਠੀਕ ਹੈ, ਤਾਂ ਇੰਨੀ ਕਿ ਇਨਫੋਰਮੇਸ਼ਨ ਤੁਹਾਨੂੰ ਮੈਂ ਦੇਣਾ ਚਾਹੁੰਦੀ ਸੀ, ਲੇਟੈਸਟ ਅਪਡੇਟ ਜੋ ਆਈ ਹੈ ਇਹਦੇ ਰਿਗਾਰਡਿੰਗ। ਤਾਂ ਨੈਕਸਟ ਪਲੀਜ਼ ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ, ਲਾਈਕ ਕਰੋਗੇ, ਸ਼ੇਅਰ ਕਰੋਗੇ ਤਾਂ ਐਵੇਂ ਦੀਆਂ ਅਸੀਂ ਵੀਡੀਓਜ਼ ਤੁਹਾਡੇ ਲਈ ਹਮੇਸ਼ਾ ਲੈ ਕੇ ਆਉਂਦੇ ਰਹਾਂਗੇ। ਥੈਂਕ ਯੂ ਸੋ ਮਚ।